Hello everyone. Today we will discuss pollen pistil interaction. What we will discuss? Pollen pistil interaction. ठीक है? That is from chapter number first, sexual reproduction of flowering plant, class 12th. ठीक है? In pollen pistil interaction, we already know about the pollen or pistil. ठीक है? ਮੀਨਸ ਹੁਣ ਅਸੀਂ ਇਹਦੇ ਵਿੱਚ ਕੀ ਪੜ੍ਹਨਾ ਹੈਗਾ, ਇਹਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਪੋਲਨ ਔਰ ਪਿਸਟਲ ਕਿੱਦਾਂ ਇੰਟਰੈਕਟ ਕਰਦੇ ਨੇ ਆਪਸ ਦੇ ਵਿੱਚ। ਠੀਕ ਹੈ, ਹੁਣ ਦੇਖੋ ਅਗਰ ਅਸੀਂ ਗੱਲ ਕਰੀਏ ਪੋਲਨ ਤੇ ਸਟਿਗਮਾ ਦੀ, ਸਾਨੂੰ ਪਤਾ ਜਿਹੜਾ ਪੋਲਨ ਹੈ ਅਗਰ ਅਸੀਂ ਬਣਾਈਏ, ਇਹ ਹੈ ਸਾਡਾ ਫੀਮੇਲ ਰੀਪਰੋਡਕਟਿਵ ਪਾਰਟ ਐਂਡ ਵਟ ਵੀ ਕਾਲ ਦਿਸ ਪਾਰਟ, ਅਸੀਂ ਇਹਨੂੰ ਕਹਿ ਦਿੰਦੇ ਹਾਂ ਕਿ ਸਾਡਾ ਸਟਿਗਮਾ ਵਾਲਾ ਪੋਰਸ਼ਨ ਹੈ, ਯਾਨੀ ਕਿ ਅਸੀਂ ਇਹਨੂੰ ਗਾਈਨੀਜ਼ੀਅਮ ਜਾਂ ਗਾਈਨੋਜ਼ੀਅਮ ਬੋਲ ਦਿੰਦੇ ਹਾਂ। ਠੀਕ ਹੈ, ਇਹ ਸਾਡਾ ਹੈ ਸਟਿਗਮਾ। ਡਨ, ਇਹ ਹੈ ਸਾਡਾ ਸਟਿਗਮਾ। ਦਿਸ ਇਜ਼ ਕਾਲਡ स्टाइल एंड दिस वन इज़ ओवरी। ओके, हुण देखो की हुंदा है कि पॉलन ग्रेन ऑलवेज लैंड ऑन द स्टिग्मा, इस पोर्शन ते लैंड करते हैं, दैट्स वाई वी कॉल इट द लैंडिंग प्लेटफॉर्म। ठीक है, हुण पॉलन ग्रेन ने हमेशा की करना, आ पॉलन ग्रेन सपोज करो, ठीक है, ये हैगा पॉलन ग्रेन। डन, ये लैंड कर गया स्टिग्मा के उपर। ठीक है, ਹੁਣ ਇਸ ਟੌਪਿਕ ਦੇ ਵਿੱਚ ਅਸੀਂ ਕੀ ਡਿਸਕਸ ਕਰਨਾ ਹੈ ਕਿ ਜਿਹੜਾ ਇਹ ਪੋਲਨ ਹੈ ਔਰ ਹੈ ਸਟਿਗਮਾ, ਠੀਕ ਹੈ, ਇਹ ਕੰਪੈਟੇਬਲ ਅਗਰ ਹੋਣਗੇ, ਅਗਰ ਦੋਨੋਂ ਇੱਕ ਦੂਸਰੇ ਦੇ ਲਈ ਕੀ ਹੋਣਗੇ, ਸਹੀ ਹੋਣਗੇ, ਤਾਂ ਇਹ ਜਿਹੜਾ ਸਟਿਗਮਾ ਹੈ ਉਹਨੂੰ ਕੀ ਕਰੇਗਾ, ਐਕਸੈਪਟ ਕਰ ਲੇਗਾ। ਸਟਿਗਮਾ ਉਹਨੂੰ ਐਕਸੈਪਟ ਕਰੇਗਾ ਅਗਰ ਉਹਨੂੰ ਲੱਗਿਆ ਕਿ ਠੀਕ ਹੈ, ਔਰ ਅਗਰ ਸਟਿਗਮਾ ਨੂੰ ਲੱਗਿਆ ਕਿ ਜਿਹੜਾ ਇਹ ਪੋਲਨ ਹੈ ਦੈਟ ਲੈਂਡ ਔਨ ਦ ਸਟਿਗਮਾ ਦੈਟ ਇਜ਼ ਨਾਟ ਕੰਪੈਟੇਬਲ, ਠੀਕ ਹੈ, ਦੈਨ ਉਹ ਕੀ ਕਰੇਗਾ, ਰਿਜੈਕਟ ਹੋ ਜਾਏਗਾ। ਕੀ ਹੋ ਜਾਏਗਾ, ਰਿਜੈਕਟ। ਇਹ ਜਿਹੜਾ ਐਕਸੈਪਸ਼ਨ ਹੋ ਰਿਹਾ, ਕਦੇ ਕੀ ਹੋ ਰਿਹਾ, ਐਕਸੈਪਸ਼ਨ ਔਰ ਰਿਜੈਕਸ਼ਨ ਕੀ ਹੋ ਰਿਹਾ। ਹੁਣ ਦੇਖੋ ਕੰਪੈਟੇਬਿਲਿਟੀ ਤੇ ਐਕਸੈਪਸ਼ਨ ਹੋ ਰਿਹਾ, ਐਕਸੈਪਟ ਕਰ ਰਿਹਾ, ਔਰ ਇਨਕੰਪੈਟੇਬਿਲਿਟੀ ਤੇ ਰਿਜੈਕਸ਼ਨ ਹੋ ਰਿਹਾ, ਉਹਨੂੰ ਰਿਜੈਕਟ ਕਰ ਰਿਹਾ। ਤਾਂ ਇਹ ਜਿਹੜੀ ਇੰਟਰੈਕਸ਼ਨ ਹੋ ਰਹੀ ਆ ਦੈਟ ਇਜ਼ ਕਾਲਡ ਪੋਲਨ ਪਿਸਟਲ ਇੰਟਰੈਕਸ਼ਨ। ਵਟ ਵੀ ਕਾਲ ਇਟ, ਪੋਲਨ ਪਿਸਟਲ ਇੰਟਰੈਕਸ਼ਨ। ਠੀਕ ਹੈ, ਹੁਣ ਦੇਖੋ ਅਗਰ ਅਸੀਂ ਆਪਣੀ ਗੱਲ ਕਰਦੇ ਹਾਂ, ਆਪਾਂ ਹਿਊਮਨ ਬੀਇੰਗ ਆਪਣੀ ਗੱਲ ਕਰਦੇ ਹਾਂ, ਅਗਰ ਅਸੀਂ ਕੋਈ ਇੱਦਾਂ ਮੈਰਿਜ ਪ੍ਰਪੋਜ਼ਲ ਲਈ ਜਾਣਾ ਤਾਂ ਅਸੀਂ ਮਤਲਬ ਅਗਰ ਲੜਕਾ ਲੜਕੀ ਅਸੀਂ ਦੋਨੋਂ ਕੀ ਕਰਦੇ ਹਾਂ, ਅਸੀਂ ਆਰਾਮ ਨਾਲ ਗੱਲਬਾਤ ਕਰਦੇ ਹਾਂ। ਠੀਕ ਹੈ, ਤਾਂ ਅਸੀਂ ਉਸ ਹਿਸਾਬ ਨਾਲ ਦੇਖਦੇ ਹਾਂ ਕਿ ਇਹ ਸਾਡੇ ਲਈ ਕੰਪੈਟੇਬਲ ਹੈ ਕਿ ਨਹੀਂ ਹੈ। ਠੀਕ ਹੈ, ਅਸੀਂ ਫੋਨ 'ਤੇ ਵੀ ਗੱਲ ਕਰਦੇ ਹਾਂ, ਬੜਾ ਕੁਝ ਕਰਦੇ ਹਾਂ। ਠੀਕ ਹੈ, ਪਰ ਇਹਦੇ ਵਿੱਚ ਤਾਂ ਇੱਦਾਂ ਕੁਝ ਨਹੀਂ ਹੁੰਦਾ ਹੈਗਾ, ਕੋਈ ਇਹਨਾਂ ਦਾ ਇਹ ਨਹੀਂ ਹੁੰਦਾ ਕਿ ਦੋਨੋਂ ਗੱਲਬਾਤ ਕਰਨਗੇ ਆਪਸ ਦੇ ਵਿੱਚ ਤਾਂ ਇਹਨਾਂ ਦੀ ਕੁਝ ਕੰਪੈਟੇਬਿਲਿਟੀ ਚੈੱਕ ਹੋਏਗੀ। ਤਾਂ ਇਹਦੇ ਲਈ ਕੀ ਹੁੰਦਾ, ਜਿਹੜਾ ਸਾਡਾ ਸਿਸਟਮ ਹੈ ਇਹ ਕੀ ਯੂਜ਼ ਕਰਦਾ ਹੈਗਾ, ਦੇ ਯੂਜ਼ ਕੈਮੀਕਲਸ। ਕੀ ਯੂਜ਼ ਕਰੇਗਾ, ਇਹ ਕੈਮੀਕਲਸ ਨੂੰ ਯੂਜ਼ ਕਰੇਗਾ। ਕਿਹਦੇ ਲਈ, ਕੈਮੀਕਲਸ ਟੂ ਚੈੱਕ, ਕਾਹਦੇ ਲਈ ਕਰੇਗਾ, ਕੈਮੀਕਲ ਟੂ ਚੈੱਕ ਕੰਪੈਟੇਬਿਲਿਟੀ। ਯਾਨੀ ਕਿ ਅਗਰ ਇਹਨੇ ਕੰਪੈਟੇਬਿਲਿਟੀ ਨੂੰ ਚੈੱਕ ਕਰਨਾ ਤਾਂ ਕੀ ਯੂਜ਼ ਕਰੇਗਾ, ਕੈਮੀਕਲਸ ਨੂੰ ਯੂਜ਼ ਕਰੇਗਾ। ਠੀਕ ਹੈ, ਕੰਪੈਟੇਬਲ ਹੈ ਜਾਂ ਫਿਰ ਕੀ ਹੈ, ਇਨਕੰਪੈਟੇਬਲ ਹੈ। ਠੀਕ ਹੈ, ਔਰ ਜਿਹੜੀ ਅਸੀਂ ਕੰਪੈਟੇਬਿਲਿਟੀ ਦੀ ਗੱਲ ਕਰਦੇ ਹਾਂ, ਹੁਣ ਅਸੀਂ ਦੇਖਾਂਗੇ ਕਿੱਦਾਂ ਚੈੱਕ ਕਰਦਾ ਪਿਆ। ਅਸੀਂ ਕਹਿ ਤਾਂ ਦਿੱਤਾ ਕਿ ਇਹਦੇ ਲਈ ਕੀ ਹੁੰਦਾ, ਕੈਮੀਕਲ ਹੁੰਦਾ ਹੈਗਾ। ਠੀਕ ਹੈ, ਹੁਣ ਇਸ ਤੋਂ ਬਾਅਦ ਕੀ ਹੈ, ਤਾਂ ਸਾਨੂੰ ਸਮਝ ਆ ਗਈ ਕਿ ਜਿਹੜਾ ਐਕਸੈਪਸ਼ਨ ਹੋ ਰਿਹਾ, ਰਿਜੈਕਸ਼ਨ ਹੋ ਰਿਹਾ, ਦੈਟ ਇਜ਼ ਕਾਲਡ ਪੋਲਨ ਪਿਸਟਲ ਇੰਟਰੈਕਸ਼ਨ। ਔਰ ਉਹਦੇ ਲਈ ਕੀ ਯੂਜ਼ ਕਰਦੇ ਨੇ, ਕੈਮੀਕਲ ਯੂਜ਼ ਕਰਦੇ ਚੈੱਕ ਕਰਨ ਦੇ ਲਈ। ਕੀ ਚੈੱਕ ਕਰਨ ਦੇ ਲਈ, ਕੰਪੈਟੇਬਿਲਿਟੀ ਔਰ ਇਨਕੰਪੈਟੇਬਿਲਿਟੀ। ਠੀਕ ਹੈ, ਹੁਣ ਇੱਕ ਹੋਰ ਇੰਪੋਰਟੈਂਟ ਚੀਜ਼ ਕੀ ਹੈ ਕਿ ਜਦੋਂ ਵੀ ਪੋਲੀਨੇਸ਼ਨ ਹੋਏਗਾ, ਵੈਨਐਵਰ ਦਾ ਪੋਲੀਨੇਸ਼ਨ ਟੇਕਸ ਪਲੇਸ, ਜਾਂ ਵੀ ਪੋਲੀਨੇਸ਼ਨ ਨੇ ਜਦੋਂ ਵੀ ਹੋਣਾ ਹੈਗਾ, ਇਟ ਡਜ਼ਨਟ ਗੈਰੰਟੀ ਦ ਟ੍ਰਾਂਸਫਰ ਆਫ ਰਾਈਟ ਟਾਈਪ ਆਫ ਪੋਲਨ। ਠੀਕ ਹੈ, ਹੁਣ ਪੋਲੀਨੇਸ਼ਨ ਹੋ ਗਿਆ, ਇੱਥੇ ਤੁਹਾਨੂੰ ਨਜ਼ਰ ਆ ਰਿਹਾ ਕਿ ਸਟਿਗਮਾ ਦੇ ਉੱਪਰ ਕੀ ਹੋਇਆ, ਪੋਲਨ ਨੇ ਲੈਂਡ ਕੀਤਾ। ਠੀਕ ਹੈ, ਬਟ ਇਹ ਇਨਸ਼ੋਰ ਨਹੀਂ ਕਰਦਾ ਹੈਗਾ ਹੈ ਕਿ ਹਮੇਸ਼ਾ ਰਾਈਟ ਟਾਈਪ ਦਾ ਪੋਲਨ ਹੀ ਲੈਂਡ ਕਰੇਗਾ ਸਟਿਗਮਾ ਦੇ ਉੱਪਰ। ਠੀਕ ਹੈ, ਹੁਣ ਅਗਰ ਅਸੀਂ ਆਪਣੀ ਗੱਲ ਕਰੀਏ, ਤੁਸੀਂ ਕਿੰਨੇ ਲੋਕਾਂ ਨੂੰ ਦੇਖਿਆ, ਅਗਰ ਤੁਸੀਂ ਮੈਰਿਜ ਕਰਨੀ ਹੈ ਤਾਂ ਤੁਸੀਂ 10 15 20 25 ਕਿੰਨੇ ਮੁੰਡਿਆਂ ਨੂੰ ਦੇਖਦੇ, ਪਰ ਉਹਦੇ ਵਿੱਚੋਂ ਐਕਸੈਪਟ ਤਾਂ ਇੱਕ ਨੂੰ ਹੀ ਕਰਦੇ ਨਾ ਜਿਹੜਾ ਤੁਹਾਡਾ ਰਾਈਟ ਟਾਈਪ ਹੈਗਾ, ਤੁਸੀਂ ਉਹਨੂੰ ਕਹਿੰਦੇ ਹੋ ਕਿ ਬਿਲਕੁਲ ਸਹੀ, ਅਦਰਵਾਈਜ਼ ਬਾਕੀਆਂ ਨੂੰ ਤਾਂ ਰਿਜੈਕਟ ਕਰ ਦਿੰਦੇ ਹੋ। ਇਸੇ ਤਰ੍ਹਾਂ ਹੀ ਅਗਰ ਜਿਹੜਾ ਪੋਲਨ ਹੈ ਕੀ ਹੋਏਗਾ, ਰੋਂਗ ਟਾਈਪ ਦਾ ਹੋਏਗਾ, ਉਹਨੂੰ ਕੀ ਕਰ ਦੇਗਾ, ਰੋਂਗ ਟਾਈਪ ਦਾ ਕੀ ਹੋਏਗਾ, ਜਾਂ ਤਾਂ ਫਿਰ ਉਹ ਕਿਹੜੀ ਹੋਏਗਾ, ਕੁਝ ਅਦਰ ਸਪੀਸੀਜ਼ ਦਾ ਹੋਏਗਾ, ਜਾਂ ਫਿਰ ਸੇਮ ਪਲਾਂਟ ਦਾ ਰਹੇਗਾ, ਤਾਂ ਉਹਦੇ ਲਈ ਕੀ ਹੋ ਜਾਏਗਾ, ਇਨਕੰਪੈਟੇਬਲ। ਹੁਣ ਦੇਖੋ ਜਿਸ ਤਰ੍ਹਾਂ ਅਸੀਂ ਇਹ ਵਾਲਾ ਫਿਗਰ ਬਣਾਇਆ, ਇਹਦੇ ਵਿੱਚ ਸਾਡਾ ਕੀ ਹੈ, ਸਟਿਗਮਾ, ਸਟਾਈਲ ਐਂਡ ਓਵਰੀ। ਠੀਕ ਹੈ, ਹੁਣ ਇਹ ਸਾਡਾ ਹੈ ਸਟਿਗਮਾ, ਸਟਾਈਲ ਐਂਡ ਓਵਰੀ। ਇੱਥੇ ਹੀ ਹੁਣ ਮੈਂ ਕੀ ਬਣਾ ਦਿੱਤਾ, ਇੱਥੇ ਦੇਖੋ ਦਿਸ ਵਨ ਇਜ਼ ਦਾ, ਇਹ ਹੈਗਾ ਜਿਹੜਾ ਸਾਡਾ ਐਂਥਰ ਵਾਲਾ ਪੋਰਸ਼ਨ ਹੋ ਗਿਆ। ਕਿਹੜਾ ਹੈਗਾ, ਐਂਥਰ ਵਾਲਾ ਪੋਰਸ਼ਨ।
ਹੁਣ ਇੱਥੋਂ ਅਗਰ ਮੈਂ ਦੇਖਾਂ ਜਿਹੜੇ ਸਟਿਗਮਾ ਸੀ, ਜਿਹੜੇ ਸਾਡੇ ਪੋਲਨ ਗ੍ਰੇਨ ਸੀ, ਉਹ ਕਿੱਧਰ ਲੈਂਡ ਗਿਆ? ਆਹ ਵਾਲਾ ਸਪੋਜ਼ ਕਰੋ ਇਹ ਲੈਂਡ ਕਰ ਗਿਆ ਪੋਲਨ, ਠੀਕ ਹੈ। ਪੋਲਨ ਗ੍ਰੇਨ ਨੇ ਕਿੱਥੋਂ ਆਇਆ? ਇਹ ਜਿਹੜੇ ਸਾਡੇ ਐਂਥਰ ਸੀ ਨਾ, ਇੱਥੋਂ ਪੋਲਨ ਗ੍ਰੇਨ ਕਿੱਥੇ ਲੈਂਡ ਕਰ ਗਿਆ? ਸਟਿਗਮਾ ਦੇ ਉੱਪਰ। ਹੁਣ ਦੇਖੋ ਇਹ ਜਿਹੜਾ ਪੋਲਨ ਹੈਗਾ, ਅਸੀਂ ਕਹਿ ਰਹੇ ਹਾਂ ਕਿ ਜਾਂ ਤਾਂ ਕੀ ਹੋਏਗਾ, ਹੁਣ ਦੇਖੋ ਇਹਦੀ ਸੇਮ ਸਪੀਸੀਜ਼ ਦਾ ਪੋਲਨ ਹੈਗਾ, ਠੀਕ ਹੈ, ਸੇਮ ਪਲਾਂਟ ਤੋਂ ਆ ਰਿਹਾ ਨਾ, ਤਾਂ ਅਗਰ ਸੇਮ ਪਲਾਂਟ ਤੋਂ ਆ ਰਿਹਾ ਤਾਂ ਮੋਸਟਲੀ ਕੀ ਹੋਏਗਾ? ਸੈਲਫ ਇਨਕੰਪੈਟੇਬਲ ਹੋਏਗਾ। ਕਿਹੜਾ ਹੋਏਗਾ? ਇਨਕੰਪੈਟੇਬਲ, ਠੀਕ ਹੈ। ਇਹਨੂੰ ਅਸੀਂ ਕਹਿ ਦਿੰਦੇ ਹਾਂ ਰੋਂਗ ਟਾਈਪ ਦਾ ਪੋਲਨ। ਵਾਟ ਵੀ ਕਾਲ ਇਟ? ਰੋਂਗ ਟਾਈਪ ਆਫ ਪੋਲਨ, ਠੀਕ ਹੈ, ਰੋਂਗ ਟਾਈਪ ਆਫ ਪੋਲਨ। ਇਹ ਸਾਡਾ ਕੀ ਹੈ? ਫਸਟ ਕੇਸ ਹੈ। ਕੀ ਹੈ ਸਾਡਾ? ਫਸਟ ਕੇਸ। ਮੀਨਸ ਇਹਦੇ ਵਿੱਚ ਕੀ ਹੁੰਦਾ ਕਿ ਜਿਹੜਾ ਫਲਾਰ ਆ ਉਹਨੂੰ ਇੰਟਰਸਟ ਹੀ ਨਹੀਂ ਹੁੰਦਾ ਕਿ ਉਹਦਾ ਜਿਹੜਾ ਸੇਮ ਪਲਾਂਟ ਦਾ ਜਿਹੜਾ ਹੈਗਾ ਪੋਲਨ ਆ ਉਹ 'ਤੇ ਲੈਂਡ ਕਰੇ। ਉਹਨੂੰ ਇਹਨੂੰ ਇੰਟਰਸਟ ਹੁੰਦਾ ਨਹੀਂ, ਇਸ ਕਰਕੇ ਅਸੀਂ ਇਹਨੂੰ ਕਹਿੰਦੇ ਨੇ ਰੋਂਗ ਟਾਈਪ ਦਾ ਪੋਲਨ ਹੈ, ਠੀਕ ਹੈ। ਉਹਨੂੰ ਕੀ ਚਾਹੀਦਾ ਹੁੰਦਾ? ਇਹ ਵਾਲਾ ਪਲਾਂਟ ਕੀ ਚਾਹੁੰਦਾ ਹੈਗਾ ਕਿ ਇਹਦੇ ਵਿੱਚ ਕੀ ਹੋਵੇ? ਕ੍ਰਾਸ ਪੋਲੀਨੇਸ਼ਨ ਹੋਵੇ। ਇਸ ਕਰਕੇ ਜੋ ਕਹਿ ਸਕਦੇ ਨਾ ਕਿ ਅਸੀਂ ਇੰਟਰਸਟ ਤੋਂ ਬਿਨਾ ਇਹਨੇ ਕੀ ਕਰਨਾ? ਇਹਨੂੰ ਰਿਜੈਕਟ ਕਰ ਦੇਣਾ ਜਸਟ ਬਿਕੋਜ਼ ਆਫ ਦਾ ਸੇਮ ਪਲਾਂਟ। ਕੀ ਕਰੇਗਾ? ਸੇਮ ਪਲਾਂਟ ਦੇ ਕਰਕੇ ਇਹਨੂੰ ਕੀ ਕਰ ਦੇਗਾ? ਰਿਜੈਕਟ ਕਰ ਦੇਗਾ। ਓਕੇ, ਅਸੀਂ ਇਹਨੂੰ ਕਹਿੰਦੇ ਨੇ ਰੋਂਗ ਟਾਈਪ ਆਫ ਪੋਲਨ, ਠੀਕ ਹੈ। ਹੁਣ ਦੇਖੋ ਦੂਸਰਾ ਕੀ ਹੁੰਦਾ ਕਿ ਜਿਹੜਾ ਸਾਡਾ ਇਹ ਵਾਲਾ ਪਿਸਟਲ ਹੈ, ਸਾਡਾ ਪਿਸਟਲ ਹੈ ਨਾ, ਦਿਸ ਪਿਸਟਲ ਹੈਜ਼ ਦਾ ਐਬਿਲਿਟੀ ਟੂ ਰੈਕਗਨਾਈਜ਼ ਦਾ ਪੋਲਨ, ਠੀਕ ਹੈ। ਪਿਸਟਲ ਦੇ ਵਿੱਚ ਕੀ ਹੁੰਦੀ ਹੈ ਬੇਟਾ? ਪਿਸਟਲ ਇਹਦੇ ਵਿੱਚ क्या ਹੁੰਦੀ ਹੈ? ਐਬਿਲਿਟੀ, ਠੀਕ ਹੈ। ਐਬਿਲਿਟੀ ਕਿਸ ਚੀਜ਼ ਦੀ ਹੁੰਦੀ ਹੈ? ਰੈਕਗਨਾਈਜ਼ ਪੋਲਨ, ਰੈਕਗਨਾਈਜ਼ ਪੋਲਨ। ਹੁਣ ਦੇਖੋ ਅਸੀਂ ਕਹਿੰਦੇ ਕਿ ਇਹਦੇ ਵਿੱਚ ਐਬਿਲਿਟੀ ਹੈ ਰੈਕਗਨਾਈਜ਼ ਪੋਲਨ ਨੂੰ, ਮਤਲਬ ਪੋਲਨ ਨੂੰ ਰੈਕਗਨਾਈਜ਼ ਕਰਨ ਦੀ, ਕਿ ਵੇਦਰ ਇਟ ਇਜ਼ ਆਫ ਰਾਈਟ ਟਾਈਪ ਔਰ ਰੋਂਗ ਟਾਈਪ, ਯਾਨੀ ਕਿ ਜੋ ਵੀ ਸਭ ਕੁਝ ਚੈੱਕ ਕਰਨਾ ਨਾ ਇਸੇ ਨੇ ਚੈੱਕ ਕਰਨਾ ਹੈਗਾ, ਠੀਕ ਹੈ। ਹੁਣ ਦੇਖੋ ਜਿਹੜੀ ਇਹ ਵਾਲੀ ਐਬਿਲਿਟੀ ਆ ਪਿਸਟਲ ਦੀ ਟੂ ਰੈਕਗਨਾਈਜ਼ ਦਾ ਪੋਲਨ, ਉਹ ਕਾਹਦੇ ਕਰਕੇ ਹੁੰਦੀ ਹੈ? ਜਸਟ ਬਿਕਾਜ਼ ਆਫ ਦਾ ਐਕਸੈਪਟੈਂਸ ਔਰ ਰਿਜੈਕਸ਼ਨ। ਕਿਉਂਕਿ ਬਾਰ-ਬਾਰ ਜਦੋਂ ਪੋਲਨ ਉਹਦੇ ਉੱਤੇ ਲੈਂਡ ਹੋਏਗਾ, ਨੋ ਡਾਊਟ ਹੁਣ ਅਸੀਂ ਵੀ ਜਦੋਂ ਬਾਰ-ਬਾਰ ਇੱਕੋ ਹੀ ਚੀਜ਼ ਕਰਦੇ ਜਾਵਾਂਗੇ ਤਾਂ ਸਾਨੂੰ ਪਤਾ ਲੱਗ ਜਾਂਦਾ ਨਾ ਇਹ ਸਾਡੇ ਲਈ ਸਹੀ ਹੈ ਕੀ ਹੈਗਾ, ਸਾਨੂੰ ਯਾਦ ਹੋ ਜਾਂਦੀਆਂ ਚੀਜ਼ਾਂ। ਇਸੇ ਤਰ੍ਹਾਂ ਹੀ ਜਿਹੜਾ ਇਹ ਵਾਲਾ ਪਲਾਂਟ ਹੈ, ਬਾਰ-ਬਾਰ ਜਿਹੜਾ ਹੈਗਾ ਪੋਲਨ ਗ੍ਰੇਨ ਜਿਹੜਾ ਹੈਗਾ ਬਲੈਂਡ ਕਰੇਗਾ। ਪੋਲਨ ਗ੍ਰੇਨ ਨੂੰ ਆਬਵੀਅਸ ਹੈ ਪੋਲੀਨੇਸ਼ਨ ਹੋਣਾ ਤੇ ਲੈਂਡਿੰਗ ਹੋਣੀ ਹੈ ਬਾਰ-ਬਾਰ, ਤਾਂ ਇਟ ਮੀਨਸ ਕੀ ਹੋਏਗਾ? ਤਾਂ ਕੀ ਹੋ ਜਾਏਗਾ? ਇਹ ਜਿਹੜਾ ਸਟਿਗਮਾ ਨਾ ਇਹ ਵੀ ਕੀ ਕਰ ਲੇਗਾ? ਇਹਨੂੰ ਰੈਕਗਨੀਸ਼ਨ ਹੋ ਜਾਏਗੀ, ਇਹਨੂੰ ਵੀ ਪਹਿਚਾਨ ਹੋ ਜਾਏਗੀ, ਠੀਕ ਹੈ। ਇਹਨੂੰ ਪਤਾ ਚੱਲ ਜਾਏਗਾ ਕਿ ਕਿਹੜਾ ਉਹਦੇ ਲਈ ਪੋਲਨ ਸਹੀ ਹੈ, ਕਿਹੜਾ ਉਹਦੇ ਲਈ ਪੋਲਨ ਜਿਹੜਾ ਹੈਗਾ ਰੋਂਗ ਟਾਈਪ ਦਾ ਹੈਗਾ। ਯਾਨੀ ਕਿ ਅਸੀਂ ਕਹਿ ਸਕਦੇ ਕਿ ਕੰਟੀਨਿਊਅਸ ਜਿਹੜਾ ਹੈਗਾ ਨਾ ਕੰਪਲੀਟ ਡਾਇਲੌਗ ਜਿਹੜਾ ਹੁੰਦਾ ਬਾਰ-ਬਾਰ ਟਰਾਂਸਫਰ ਹੁੰਦਾ ਪੋਲਨ ਗ੍ਰੇਨਸ ਦਾ, ਉਹਨੂੰ ਕੀ ਕਰਦਾ ਹੈਗਾ? ਇਹਦੇ ਵਿੱਚ ਐਬਿਲਿਟੀ ਆ ਜਾਂਦੀ ਉਹਨੂੰ ਰੈਕਗਨਾਈਜ਼ ਕਰਨ ਦੀ, ਠੀਕ ਹੈ। ਯਾਨੀ ਕਿ ਕਿਹਦੇ ਕਰਕੇ ਹੋਏਗਾ? ਬਾਈ ਇਟਸ एक्सेप्टेंस, बाय इट्स एक्सेप्टेंस। और दूसरा की है रिजेक्शन, जो बार बार एक्सेप्ट और रिजेक्ट करेगा ਉਹਦੇ ਕਰਕੇ ਕੀ ਰਿਜ਼ਲਟ ਹੋਏਗਾ? ਉਹਦੇ ਕਰਕੇ ਕੀ ਰਿਜ਼ਲਟ ਹੋਏਗਾ? ਉਹਦੇ ਕਰਕੇ ਕੀ ਰਿਜ਼ਲਟ ਹੋਏਗਾ? ਯਾਨੀ ਕਿ ਉਹਨੂੰ ਰੈਕਗਨੀਸ਼ਨ ਹੋ ਜਾਏਗੀ ਕਿਸ ਚੀਜ਼ ਦੀ? ਪੋਲਨ ਨੂੰ ਰਾਈਟ ਔਰ ਰੋਂਗ ਟਾਈਪ ਦੀ, ਠੀਕ ਹੈ। ਇਹਨੂੰ ਅਸੀਂ ਕਹਿ ਦਿੰਦੇ ਹਾਂ, ਇਸ ਨੂੰ ਅਸੀਂ ਕੀ ਕਹਿ ਦਿੰਦੇ ਹਾਂ? ਵਾਟ ਵੀ ਕਾਲ ਇਟ ਕੰਟੀਨਿਊਅਸ केमिकल डायलॉग, ठीक है। यानी कि ਜਿਹੜਾ ਬਾਰ-ਬਾਰ ਐਕਸੈਪਟ ਰਿਜੈਕਟ ਹੋ ਰਿਹਾ ਸੀ, ਇਹਨੂੰ ਕਹਿੰਦੇ ਕੰਟੀਨਿਊਅਸ ਕੈਮੀਕਲ ਡਾਇਲੌਗ ਬਿਟਵੀਨ ਪੋਲਨ ਐਂਡ ਪਿਸਟਲ, ਪੋਲਨ ਐਂਡ ਪਿਸਟਲ। ਯਾਨੀ ਕਿ ਅਗਰ ਤੁਹਾਨੂੰ ਪੇਪਰ ਦੇ ਵਿੱਚ ਆਏ ਤਾਂ ਉਹਦੇ ਲਈ ਅਸੀਂ ਯੂਜ਼ ਕਰਦੇ ਹਾਂ ਕੰਟੀਨਿਊਅਸ ਕੈਮੀਕਲ ਜਿਹੜਾ ਹੁੰਦਾ ਨਾ ਬਾਰ-ਬਾਰ ਡਾਇਲੌਗ ਬਿਟਵੀਨ ਪੋਲਨ ਐਂਡ ਪਿਸਟਲ ਦਾ, ਠੀਕ ਹੈ। ਉਹ ਇਹਦੀ ਕਿਹਦੇ ਵਿੱਚ ਹੈਲਪ ਕਰਦਾ? ਰੈਕਗਨੀਸ਼ਨ ਦੇ ਵਿੱਚ ਹੈਲਪ ਕਰਦਾ, ਓਕੇ। ਤਾਂ ਹੁਣ ਇਹ ਜਿਹੜੀ ਐਬਿਲਿਟੀ ਹੈਗੀ ਆ ਐਕਸੈਪਟ ਕਰਨ ਦੀ ਐਬਿਲਿਟੀ ਹੈ, ਦੈਟ ਇਜ਼ ਕਾਲਡ ਪੋਲਨ ਪਿਸਟਲ ਇੰਟਰੈਕਸ਼ਨ। ਅਸੀਂ ਇਹਨੂੰ ਕੀ ਕਹਿੰਦੇ ਨੇ? ਪੋਲਨ ਪਿਸਟਲ ਇੰਟਰੈਕਸ਼ਨ, ਓਕੇ। ਹੁਣ ਦੇਖੋ ਬੇਟਾ, ਅਗਰ ਅਸੀਂ ਨੋਰਮਲ ਗੱਲ ਕਰੀਏ, ਹੁਣ ਦੇਖੋ ਅਗਰ ਅਸੀਂ ਹੈਗਾ ਦੇਖੋ ਅਸੀਂ ਬਣਾ ਲਿਆ ਸਟਿਗਮਾ ਸਟਾइल एंड दिस इज कॉल्ड ओवरी। ये बन गई साड़ी स्टिगमा स्टाइल ओवरी, ठीक है बेटा। अगर देखो ਇਹਦੇ ਵਿੱਚ ਕੀ ਹੁੰਦਾ? ओवरी ਦੇ ਅੰਦਰ ਕੀ ਪਿਆ ਹੁੰਦਾ ਸਾਡਾ? ओव्यूल। ओव्यूल ਦੇ ਅੰਦਰ ਸਾਡਾ ਕੀ ਹੁੰਦਾ ਬੇਟਾ? एम्ब्रियो सैक, ठीक है। ये साਡਾ बन गया। नाउ इफ द राइट टाइप ऑफ pollen, if right type of pollen land on the stigma, ये हो गया राइट टाइप ऑफ पॉलन। आई एम टॉकिंग अबाउट राइट टाइप ऑफ पॉलन लैंड ऑन द स्टिग्मा,
then pollen grain will be accepted, pollen grain ਕੀ ਹੋ ਜਾਏਗਾ, it will be accepted, ਔਰ ਕੀ ਬਣਨੀ ਸ਼ੁਰੂ ਹੋ ਜਾਏਗੀ ਇੱਥੇ ਬੇਟਾ, ਅੱਗੇ pollen tube ਦੀ formation ਸਟਾਰਟ ਹੋ ਜਾਏਗੀ। ਠੀਕ ਹੈ, ਹੁਣ ਜ਼ਰੂਰੀ ਨਹੀਂ ਹੈ, ਤੁਹਾਨੂੰ ਪਤਾ ਜਦੋਂ ਪੋਲੀਨੇਸ਼ਨ ਹੁੰਦੀ ਹੈ ਇੱਥੇ ਵੀ ਪੋਲਨ ਗ੍ਰੇਨ ਲੈਂਡ ਕਰਦੇ ਆ ਲਾਈਕ ਦਿਸ। ਠੀਕ ਹੈ, ਔਰ ਅਗਰ ਜਿਹੜਾ ਹੋਗਾ ਇਹ ਤਾਂ ਹੋ ਗਿਆ ਸੀ ਰਾਈਟ ਟਾਈਪ ਦਾ, ਦੈਟਸ ਵਾਈ ਇਟ ਸਟਾਰਟ ਜਰਮੀਨੇਟਿੰਗ, ਪੋਲਨ ਟਿਊਬ ਦੀ ਫੋਰਮੇਸ਼ਨ ਸਟਾਰਟ ਹੋਏਗੀ। ਠੀਕ ਹੈ, ਔਰ ਅਗਰ ਹੋਏਗਾ ਰੋਂਗ ਟਾਈਪ ਦਾ ਤਾਂ ਉਹਨੂੰ ਕੀ ਕਰ ਦੇਗਾ, ਰੋਂਗ ਟਾਈਪ ਹੈ ਤਾਂ ਉਹਨੂੰ ਕੀ ਕਰ ਦੇਗਾ ਬੇਟਾ, ਰਿਜੈਕਟ ਕਰ ਦੇਗਾ ਸਟਿਗਮਾ। ਠੀਕ ਹੈ, ਹੁਣ ਇਹ ਦੇਖੋ ਇਹਦੀ ਜਿਹੜੀ ਗਰੋਥ ਹੋਏਗੀ ਨਾ ਅੱਗੇ ਪੋਲਨ ਟਿਊਬ ਦੀ ਗਰੋਥ ਐਸੇ ਇਸ ਤਰ੍ਹਾਂ ਲਾਈਕ ਦਿਸ ਸਟਾਰਟ ਹੋ ਜਾਏਗੀ। ਠੀਕ ਹੈ, ਔਰ ਸਾਨੂੰ ਪਤਾ ਇੱਥੇ ਕੀ ਹੁੰਦਾ ਹਮੇਸ਼ਾ, ਅਗਰ ਅਸੀਂ ਦੇਖਿਆ ਇੱਦਾਂ ਕਰਕੇ ਪੋਲਨ ਟਿਊਬ ਦੀ ਬੇਟਾ ਗਰੋਥ ਸਟਾਰਟ ਹੋਈ ਲਾਈਕ ਦਿਸ। ਠੀਕ ਹੈ, ਹੋ ਗਈ ਸਟਾਰਟ। ਫਸਟ ਹੀਅਰ ਐਟ ਦ ਟਿਪ ਆਫ ਦ ਟਿਊਬ ਹਮੇਸ਼ਾ ਵੈਜੀਟੇਟਿਵ ਸੈੱਲ ਇਜ਼ ਪ੍ਰੈਜ਼ੈਂਟ, ਯਾਨੀ ਕਿ ਇੱਥੇ ਜਿਹੜੀ ਦੀ ਟਿਪ ਹੈ ਨਾ ਇੱਥੇ ਕਿਹੜਾ ਪ੍ਰੈਜ਼ੈਂਟ ਰਹੇਗਾ, ਵੈਜੀਟੇਟਿਵ ਸੈੱਲ। ਔਰ ਕਿਹੜਾ ਸੈੱਲ ਪ੍ਰੈਜ਼ੈਂਟ ਰਹੇਗਾ, ਵੈਜੀਟੇਟਿਵ ਸੈੱਲ। ਵੀ ਆਲਸੋ ਕਾਲ ਟਿਊਬ ਸੈੱਲ ਟੂ ਦਿਸ, ਅਸੀਂ ਇਹਨੂੰ ਟਿਊਬ ਸੈੱਲ ਵੀ ਕਹਿ ਦਿੰਦੇ ਹਾਂ। ਆਫਟਰ ਦੈਟ ਤੁਹਾਨੂੰ ਪਤਾ ਇੱਥੇ ਕੀ ਪ੍ਰੈਜ਼ੈਂਟ ਹੁੰਦੇ ਨੇ, ਹੀਅਰ ਬਿਹਾਈਂਡ ਦਿਸ 2 ਮੇਲ ਗੈਮੀਟ, ਇੱਥੇ ਕੀ ਪ੍ਰੈਜ਼ੈਂਟ ਰਹਿੰਦੇ ਨੇ, 2 ਮੇਲ ਗੈਮੀਟਸ। ਉਹਨੂੰ ਅਸੀਂ ਇੱਥੇ ਰਿਪਰੈਜ਼ੈਂਟ ਕਰ ਦਿੰਦੇ ਹਾਂ, ਉਹਨੂੰ ਅਸੀਂ ਇੱਥੇ ਦਿਖਾ ਦਿੰਦੇ ਹਾਂ, ਇਹ ਸਾਡੇ ਕਿਹੜੇ ਹੈਗੇ ਨੇ, 2 ਮੇਲ ਗੈਮੀਟਸ। ਠੀਕ ਹੈ, ਹੋ ਗਿਆ। ਯਾਨੀ ਕਿ ਅਗਰ ਤਾਂ ਰਾਈਟ ਟਾਈਪ ਹੋਏਗੀ ਤਾਂ ਪੋਲਨ ਟਿਊਬ ਦੀ ਗਰੋਥ ਹੋਏਗੀ, ਅਗਰ ਰੋਂਗ ਟਾਈਪ ਹੋਏਗੀ ਤਾਂ ਉਹਨੂੰ ਕੀ ਕਰ ਦੇਗਾ, ਰਿਜੈਕਟ ਕਰਦਾ। ਰਾਈਟ ਟਾਈਪ ਨੂੰ ਤਾਂ ਉਹਨੇ ਐਕਸੈਪਟ ਕਰ ਲਿਆ ਈਜ਼ੀਲੀ। ਓਕੇ, ਇੱਦਾਂ ਅਸੀਂ ਦੇਖਣਾ ਹੈਗਾ। ਹੁਣ ਦੇਖੋ ਅੱਗੇ ਅਸੀਂ ਪੂਰਾ ਪੜ੍ਹਨਾ ਹੈਗਾ ਕਿ ਪੋਲਨ ਪਿਸਟਲ ਦੀ ਜਿਹੜੀ ਇੰਟਰੈਕਸ਼ਨ ਹੁੰਦੀ ਉਹਦੇ ਵਿੱਚ ਕਿਹੜੇ ਕਿਹੜੇ ਈਵੈਂਟਸ ਹੁੰਦੇ ਨੇ। ਹੁਣ ਅਸੀਂ ਬੱਚਾ ਗੱਲ ਕਰਦੇ ਹਾਂ ਪੋਲਨ ਪਿਸਟਲ ਇੰਟਰੈਕਸ਼ਨ ਦੇ ਵਿੱਚ ਕਿਹੜੇ ਕਿਹੜੇ, ਹੁਣ ਅਸੀਂ ਡਿਸਕਸ ਕਰਦੇ ਹਾਂ ਕਿ ਜਿਹੜੇ ਸਾਡੇ ਪੋਸਟ ਪੋਲੀਨੇਸ਼ਨ ਹੈ, ਹੁਣ ਸਾਡੀ ਉਹ ਤਾਂ ਹੋ ਗਈ ਹੈ ਲੈਂਡਿੰਗ। ਪੋਸਟ ਪੋਲੀਨੇਸ਼ਨ ਈਵੈਂਟਸ ਕਿਹੜੇ ਕਿਹੜੇ ਹੁੰਦੇ ਨੇ। ਠੀਕ ਹੈ, we will study about the post, ਯਾਨੀ ਕਿ ਪੋਲੀਨੇਸ਼ਨ ਤੋਂ ਬਾਅਦ। ਪੋਲੀਨੇਸ਼ਨ ਤੋਂ ਬਾਅਦ ਦਾ ਕੀ ਮਤਲਬ ਹੈ ਕਿ ਜਦੋਂ ਸਟਿਗਮਾ ਦੇ ਉੱਪਰ ਪੋਲਨ ਗ੍ਰੇਨ ਨੇ ਲੈਂਡ ਕਰ ਲਿਆ। ਹੁਣ ਦੇਖੋ ਅਸੀਂ ਆਲਰੇਡੀ ਬੱਚਾ ਕੀ ਡਿਸਕਸ ਕਰ ਚੁੱਕੇ ਹਾਂ ਕਿ ਜਿਹੜੀ ਪੋਲਨ ਟਿਊਬ ਹੈ ਉਹ ਜਰਮੀਨੇਟਸ ਹੁੰਦੀ ਹੈ ਸਟਿਗਮਾ ਦੇ ਉੱਤੇ। ਠੀਕ ਹੈ, ਔਰ ਕਿੱਦਾਂ ਜਰਮੀਨੇਟ ਹੋਏਗੀ, ਔਨ ਦਾ ਸਟਿਗਮਾ ਟੂ ਪ੍ਰੋਡਿਊਸ, ਜਿੱਦਾਂ ਹੀ ਯਾਨੀ ਕਿ ਸੌਰੀ ਜਿਹੜਾ ਪੋਲਨ ਗ੍ਰੇਨ ਹੈ ਅਗਰ ਇਹ ਜਰਮੀਨੇਟ ਹੋਏਗਾ ਤਾਂ ਇਟ ਪ੍ਰੋਡਿਊਸ ਪੋਲਨ ਟਿਊਬ ਥਰੂ ਵਨ ਆਫ ਦ ਜਰਮ ਪੋਰ, ਸਾਨੂੰ ਪਤਾ ਹੈਗਾ ਜਰਮ ਪੋਰ ਦੇ ਥਰੂ ਸਟਾਰਟ ਕਰਦਾ। ਹੁਣ ਅਗਰ ਅਸੀਂ ਦੇਖੀਏ ਇਹ ਅਸੀਂ ਕਾਹਦਾ ਸਟਰਕਚਰ ਬਣਾ ਲਿਆ ਲਾਈਕ ਦਿਸ, ਇੱਦਾਂ ਕਰਕੇ ਸੀ ਬੇਟਾ ਸਾਡਾ ਐਂਥਰ ਦਾ ਸਟਰਕਚਰ। ਔਰ ਇੱਥੇ ਸਾਡਾ ਕੀ ਪਿਆ ਸੀਗਾ, ਸਾਡਾ ਟਿਪੀਟਮ ਵਾਲਾ ਹਿੱਸਾ ਪਿਆ ਸੀ। ਸਿੰਪਲ ਦਿਖਾ ਲਿਆ ਕਿ ਇੱਥੇ ਸਾਡਾ ਐਮਬ੍ਰਿਓ ਸੈਕ ਪਿਆ, ਸਿੰਪਲ। ਠੀਕ ਹੈ, ਇਹ ਜਿਹੜਾ ਹੈਗਾ ਅਗਰ ਅਸੀਂ ਸਿੰਪਲ ਦਿਖਾਈਏ ਇਹਦੇ ਵਿੱਚ ਕੀ ਸਾਡਾ ਕੀ ਪ੍ਰੈਜ਼ੈਂਟ ਸੀਗਾ ਇੱਥੇ ਟਿਪੀਟਮ, ਅਗਰ ਅਸੀਂ ਗੱਲ ਕਰੀਏ ਪ੍ਰੋਪਰ ਜਦੋਂ ਇਹਦੀ ਗੱਲ ਕਰ ਰਹੇ ਹਾਂ ਤਾਂ ਇੱਥੇ ਸਾਡਾ ਕੀ ਪ੍ਰੈਜ਼ੈਂਟ ਸੀ, ਇੱਕ ਤਾਂ ਵੈਜੀਟੇਟਿਵ ਸੈੱਲ ਪ੍ਰੈਜ਼ੈਂਟ ਸੀ, ਦੂਸਰਾ ਕਿਹੜਾ ਪ੍ਰੈਜ਼ੈਂਟ ਸੀ ਬੇਟਾ, ਜਨਰੇਟਿਵ ਸੈੱਲ। 2 ਸੈੱਲ ਪ੍ਰੈਜ਼ੈਂਟ ਸੀ ਨਾ। ਹੁਣ ਦੇਖੋ ਇੱਕ ਤਾਂ ਵੈਜੀਟੇਟਿਵ ਸੈੱਲ ਪ੍ਰੈਜ਼ੈਂਟ ਆ, ਸੈਕਿੰਡ ਵਨ ਇਜ਼ ਦਾ ਜਨਰੇਟਿਵ ਸੈੱਲ। ਹੁਣ ਅਗਰ ਅਸੀਂ ਕਹੀਏ ਕਿ ਇੱਥੇ ਕੀ ਹੋ ਰਹੀ, ਸਾਡੀ ਪੋਲੀਨੇਸ਼ਨ ਹੋ ਰਹੀ ਹੈ। ਠੀਕ ਹੈ, ਅਗਰ ਸਾਡੀ ਇੱਥੇ ਪੋਲੀਨੇਸ਼ਨ ਹੋਏਗੀ ਤਾਂ ਪੋਲੀਨੇਸ਼ਨ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਕੀ ਦਿਖਾਇਆ, ਆ ਸਾਡਾ ਹੈਗਾ ਸਟਿਗਮਾ, ਇਹ ਦਿਖਾਤਾ। ਠੀਕ ਹੈ, ਹੁਣ ਇੱਥੋਂ ਜਦੋਂ ਟਰਾਂਸਫਰ ਹੋਇਆ ਜਿਹੜਾ ਸਾਡਾ ਪੋਲਨ ਗ੍ਰੇਨ ਸੀ, ਹੁਣ ਪੋਲਨ ਗ੍ਰੇਨ ਨੇ ਇਹਦੇ ਉੱਪਰ ਲੈਂਡ ਕੀਤਾ। ਠੀਕ ਹੈ, ਪੋਲਨ ਗ੍ਰੇਨ ਲੈਂਡਸ ਔਨ ਦਿਸ, ਇੱਧਰੋਂ ਇੱਧਰ ਆ ਗਏ। ਇੱਥੇ ਸਾਰਾ ਬੰਦੇ ਪਏ ਸੀ ਨਾ, ਸਾਡਾ ਸਾਰਾ ਟਿਪੀਟਮ ਸੀ, ਇਹਦੇ ਵਿੱਚ ਸਪੋਰੋਜੀਨਸ ਟਿਸ਼ੂ ਸੀ, ਅੱਗੇ ਸਾਰੀ ਫੋਰਮੇਸ਼ਨ ਹੋਈ ਸੀ, ਫਿਰ ਅਸੀਂ ਵੈਜੀਟੇਟਿਵ ਔਰ ਜਨਰੇਟਿਵ ਸੈੱਲ ਬਣਾਏ ਸੀ, ਪੂਰਾ ਮੈਗਾਸਪੋਰਸ ਲੈ ਕੇ ਇੱਦਾਂ। ਠੀਕ ਹੈ, ਹੁਣ ਇੱਥੇ ਸਾਡਾ ਵੈਜੀਟੇਟਿਵ ਸੈੱਲ ਔਰ ਜਨਰੇਟਿਵ ਸੈੱਲ, ਇਹ ਸਾਡਾ ਵੈਜੀਟੇਟਿਵ ਸੈੱਲ ਐਂਡ ਦਿਸ ਵਨ ਇਜ਼ ਦਾ ਜਨਰੇਟਿਵ ਸੈੱਲ ਹੋ ਗਿਆ। ਹੁਣ ਬੇਟਾ ਅਗਰ ਜਿਹੜਾ ਪੋਲਨ ਗ੍ਰੇਨ ਹੈ ਰਾਈਟ ਟਾਈਪ ਦਾ ਅਗਰ ਹੋ ਗਿਆ, ਇੱਥੇ ਸਾਨੂੰ ਪਤਾ ਸਾਡੀ ਕੀ ਹੁੰਦੀ ਹੈ, ਜਰਮ ਪੋਰ ਹੁੰਦੀ ਹੈ, ਆਹ ਵਾਲੀ ਲਾਈਕ ਦਿਸ, ਆ ਜਿਹੜੀ। ਠੀਕ ਹੈ, ਜਿੱਥੇ ਜਿੱਥੇ ਸਾਡੀ ਐਗਜ਼ਾਈਨ ਐਬਸੈਂਟ ਆ ਅਸੀਂ ਉਹਨੂੰ ਜਰਮ ਪੋਰ ਦਾ ਨਾਮ ਦਿੱਤਾ ਸੀ। ਥਰੂ ਦਿਸ ਜਰਮ ਪੋਰ ਜਿਹੜੀ ਹੈਗੀ ਆ ਅਸੀਂ ਕੀ ਕਿਹਾ ਸੀ, ਕਿਹਦੀ ਫੋਰਮੇਸ਼ਨ ਹੁੰਦੀ ਹੈ, ਜਰਮ ਟਿਊਬ ਦੀ, ਯਾਨੀ ਕਿ ਪੋਲਨ ਟਿਊਬ ਦੀ ਫੋਰਮੇਸ਼ਨ ਸਟਾਰਟ ਹੋ ਗਈ ਹੈ। ਠੀਕ ਹੈ, ਹੁਣ ਯਾਨੀ ਕਿ ਇਹਨੂੰ ਐਕਸੈਪਟ ਕਰ ਲਿਆ, ਪੋਲਨ ਟਿਊਬ ਦੀ ਜਰਮੀਨੇਸ਼ਨ ਸਟਾਰਟ ਹੋ ਗਈ ਹੈ। ਜਦੋਂ ਇਹ ਪੋਲਨ ਟਿਊਬ ਦੀ ਜਰਮੀਨੇਸ਼ਨ ਬੇਟਾ ਮਤਲਬ ਇਹ ਸਟਾਰਟ ਹੋਈ ਹੈ ਤਾਂ ਸਾਰਾ ਕੰਟੈਂਟ ਜਿਹੜਾ ਹੈਗਾ ਉਹ ਕਿੱਥੇ ਜਾਏਗਾ, ਪੋਲਨ ਟਿਊਬ ਦੇ ਵਿੱਚ ਐਂਟਰ ਕਰੇਗਾ। ਸਾਰਾ ਕੰਟੈਂਟ ਕਿੱਥੇ ਐਂਟਰ ਕਰੇਗਾ, ਪੋਲਨ ਟਿਊਬ ਦੇ ਵਿੱਚ ਐਂਟਰ ਕਰੇਗਾ। ਯਾਨੀ ਕਿ ਅਗਰ ਮੈਂ ਜਾਵਾਂ, ਹੁਣ ਇਹਦੀ ਜਰਮੀਨੇਸ਼ਨ ਸਟਾਰਟ ਹੋ ਗਈ ਹੈ। ਠੀਕ ਹੈ, ਹੁਣ ਦੇਖੋ ਇਹ ਸੀ ਸਾਡਾ ਹੋ ਗਿਆ। ਹੁਣ ਇੱਧਰੋਂ ਇੱਧਰ ਆਣਾ, ਹੁਣ ਜਦੋਂ ਇੱਥੇ ਪਹੁੰਚੇਗਾ ਇੱਥੇ ਪੋਲਨ ਟਿਊਬ ਦੀ ਜਰਮੀਨੇਸ਼ਨ ਹੋਈ ਸੀ ਸਟਾਰਟ, ਯਾਨੀ ਕਿ ਇਹ ਇੱਦਾਂ ਕਰਕੇ ਪੋਲਨ ਟਿਊਬ ਬਣ ਗਈ ਸੀ ਲਾਈਕ ਦਿਸ। ਇਹਦਾ ਮਤਲਬ ਇਹ ਆ ਕਿ ਜਿਹੜਾ ਸਾਡਾ ਫਸਟ ਹੈਗਾ ਇਹ ਕੀ ਹੈਗਾ, ਸਾਡਾ
ਫਸਟ ਸਾਡਾ ਕੀ ਸੀ ਵੈਜੀਟੇਟਿਵ ਸੈੱਲ, ਅਸੀਂ ਇਹਨੂੰ ਕੀ ਕਹਿ ਦਿੰਦੇ ਹਾਂ ਟਿਊਬ ਸੈੱਲ ਵੀ ਕਹਿ ਦਿੰਦੇ ਹਾਂ, ਵਾਟ ਵੀ ਕਾਲ ਇਟ ਟਿਊਬ ਸੈੱਲ। ਠੀਕ ਹੈ, ਇਹਨੂੰ ਅਸੀਂ ਟਿਊਬ ਸੈੱਲ ਕਿਉਂ ਕਹਿੰਦੇ ਆ, ਬਿਕਾਜ਼ ਇਟ ਹੈਲਪਸ ਇਨ ਦ ਫੋਰਮੇਸ਼ਨ ਆਫ ਟਿਊਬ, ਜਿਹੜੀ ਇਹਦੀ ਪੋਲਨ ਟਿਊਬ ਦੀ ਫੋਰਮੇਸ਼ਨ ਹੁੰਦੀ ਹੈ ਇਹਦੇ ਕਰਕੇ ਹੁੰਦੀ, ਦੈਟਸ ਵਾਈ ਵੀ ਕਾਲ ਇਟ ਟਿਊਬ ਸੈੱਲ। ਐਂਡ ਆਫਟਰ ਦੈਟ ਹੀਅਰ ਇਟ ਇਜ਼ ਜਨਰੇਟਿਵ ਸੈੱਲ। ਕਿਹੜੇ ਸੈੱਲਸ ਹੁੰਦੇ ਨੇ, ਜਨਰੇਟਿਵ ਸੈੱਲ। ਇਹ ਜਿਹੜੇ ਜਨਰੇਟਿਵ ਸੈੱਲਸ ਨੇ ਇਟ ਡਿਵਾਈਡ, ਇਹਨਾਂ ਨੇ ਡਿਵਾਈਡ ਕਰਨਾ, ਕਿੱਦਾਂ ਡਿਵਾਈਡ ਕਰਨਗੇ ਜਨਰੇਟਿਵ ਸੈੱਲ, ਆਈ ਐਮ ਰਾਈਟਿੰਗ ਹੀਅਰ, ਜਿਹੜੇ ਇਹ ਵਾਲਾ ਜਨਰੇਟਿਵ ਸੈੱਲ ਹੈ ਇਹ ਕੀ ਕਰੇਗਾ, ਡਿਵਾਈਡ ਕਰੇਗਾ। ਹਾਊ ਇਟ ਡਿਵਾਈਡ, ਮਾਈਟੋਟਿਕਲੀ। ਹਾਊ ਇਟ ਡਿਵਾਈਡ, ਮਾਈਟੋਟਿਕਲੀ। अगर ये माइटोटिकली डिवाइड करेगा then it will form two male gamete, we already discussed this, ਅਸੀਂ ਇਹ ਕਰ ਚੁੱਕੇ ਕਿ 2 ਮੇਲ ਗੈਮੀਟਸ ਦੀ ਫੋਰਮੇਸ਼ਨ ਕਿੱਦਾਂ ਹੋਈ ਸੀ। ਠੀਕ ਹੈ, ਹੁਣ ਇਹਨੇ 2 ਮੇਲ ਗੈਮੀਟਸ ਬਣਾਉਣੇ ਆ, ਤਾਂ ਯਾਨੀ ਕਿ ਅਗਰ ਅਸੀਂ ਦੇਖੀਏ ਇਹ ਸਾਡਾ ਕਿਹੜਾ ਪੋਰਸ਼ਨ ਸੀ, ਦਿਸ ਇਜ਼ ਦਾ ਪੋਰਸ਼ਨ ਫਰੋਮ ਸਟਿਗਮਾ, ਇਹ ਸਾਡਾ ਕਿਹੜਾ ਸੀ ਇੱਥੇ ਪੋਲਨ ਗ੍ਰੇਨ, ਆਫਟਰ ਜਰਮੀਨੇਸ਼ਨ ਇਟ ਇਜ਼ ਲਾਈਕ ਦਿਸ। यानी कि हुण इत्थे की करनगे, अगर जनरेटिव सेल डिवाइड करेगा माइटोटिकली, हियर आर द 2 मेल गैमीट्स, इत्थे साढ़े 2 की बन गए हुण मेल गैमीट, डन। यानी कि असीं कह सकते कि ये दोनों मेल गैमीट एंटर कर गए लाइक दिस। ओके, हुण यानी कि नैक्सट विच की होएगा, pollen grain, this is the pollen tube like this, इन्हें नीचे तक जाना। ठीक है, here is the की होएगा यानी कि वेजिटेटिव सेल, and these are the 2 male gamete। ठीक है, ये साढ़े दोनों केड़े हो गए, मेल गैमीट हो गए। और ये जिहड़ा प्रोसैस आ, यानी कि असीं कह सकते ना, ये जिहड़ा प्रोसैस है किन्ने % एंजियोस्पर्म दे विच हुंदा, 60% एंजियोस्पर्म दे विच जिहड़ा हैगा ये वाला पूरा प्रोसैस होंदा। ठीक है, यानी कि अगर तो जेडे पॉलन ग्रेन ने, पॉलन ग्रेन शेड एट 3 सेल स्टेज, बिकॉज 3 सेल बनते पे ना, फर्स्ट इज वेजिटेटिव सेल एंड 2 मेल गैमेट, 3 सेल स्टेज, तो इट मीनस की होएगा, असीं इहनूं कह दिंदे 3 सेल स्टेज, ये 60% एंजियोस्पर्म दे विच इदां हुंदा। ठीक है, और कई दे विच हुंदा, यानी कि कईयां दे विच जिहड़े बाकी रह जाणगे 40% उन्हां दे विच की होएगी 2 सेल्ड, किहड़ी रहेगी 2 सेल्ड, ਜਿਹਦੇ ਵਿੱਚ ਪੋਲਨ ਗ੍ਰੇਨ ਸ਼ੈੱਡ ਕਰਨਗੇ 2 ਸੈਲ ਸਟੇਜ ਦੇ ਉੱਪਰ। ਦੇਖੋ ਪਹਿਲਾਂ ਤਾਂ ਅਸੀਂ ਇੱਥੇ ਕੀ ਕਰਵਾਈ ਸੀ, ਪੋਲਨ ਟਿਊਬ ਦੀ ਜਰਮੀਨੇਸ਼ਨ ਸਟਾਰਟ ਕਰਵਾਈ ਸੀ। ਠੀਕ ਹੈ, ਅਗਰ ਤੁਸੀਂ ਬੜੇ ਧਿਆਨ ਨਾਲ ਇਸ ਫਿਗਰ ਨੂੰ ਦੇਖੋ, ਜਿਹੜੀ ਪੋਲਨ ਟਿਊਬ ਗਰੋ ਕਰੇਗੀ ਸਭ ਤੋਂ ਪਹਿਲਾਂ, ਇਟ ਗਰੋਜ਼ ਥਰੂ ਦ ਟਿਸ਼ੂਜ਼ ਆਫ ਸਟਿਗਮਾ। ਹੀਅਰ ਆਰ ਦ ਟਿਸ਼ੂਜ਼ ਆਫ ਸਟਿਗਮਾ, ਯਾਨੀ ਕਿ ਪਹਿਲਾਂ ਇਹਨੇ ਕਿੱਥੇ ਆਣਾ, ਇਟ ਗਰੋਜ਼ ਥਰੂ ਦ ਟਿਸ਼ੂਜ਼ ਆਫ ਸਟਿਗਮਾ। ਠੀਕ ਹੈ, ਆ ਸਾਰੇ ਸਟਿਗਮਾ ਦੇ ਟਿਸ਼ੂਜ਼ ਨੇ, ਪਹਿਲਾਂ ਇੱਥੋਂ ਇੰਟਰ ਕਰੇਗੀ, ਆਫਟਰ ਦੈਟ ਕਿੱਥੇ ਪਹੁੰਚੇਗੀ, ਰੀਡਸ ਕਿੱਥੇ ਪਹੁੰਚ ਜਾਏਗੀ, ਇਟ ਗਰੋਜ਼ ਥਰੂ ਦ ਟਿਸ਼ੂਜ਼ ਆਫ ਸਟਿਗਮਾ ਐਂਡ ਦੈਨ ਸਟਾਈਲ, ਇੱਥੇ ਸਟਾਈਲ ਤੱਕ ਆਏਗੀ, ਔਰ ਬਾਅਦ ਵਿੱਚ ਉਹਨੇ ਕਿੱਥੇ ਪਹੁੰਚਣਾ, ਐਂਡ ਐਟ ਦ ਐਂਡ ਇਟ ਰੀਡਸ ਕਿੱਥੇ ਪਹੁੰਚ ਜਾਏਗੀ ਬੇਟਾ, ओवरी। ठीक है, यानी कि हमेशा याद रखना, पहले इट ग्रोज थ्रू द टिश्यूज़ ऑफ, पहला स्टिग्मा एंड देन थ्रू द टिश्यूज़ ऑफ स्टाइल एंड देन एंटर इनटू द ओवरी। ठीक है, और जी एक होर मेन गल आ कि अगर तुहानूं क्वेश्चन आवे कि जिहड़ी ग्रोथ है पॉलन ट्यूब की वो किदां दी हुंदी है, दैट इज़ ऑलवेज कीमोट्रोपिक, क्योंकि हमेशा की हुंदा कैमिकल्स की तरफ अट्रैक्ट हुंदा ना, जिन्होंने स्टिग्मा मतलब असीं स्टिमुलस प्रोवाइड करदा। सो इट इज़ ऑलवेज जिहड़ी ग्रोथ हुंदी है पॉलन ट्यूब दी, इट इज़ ऑलवेज कीमोट्रोपिक इन नेचर। ठीक है, हुण अगे देखो, इत्थे असीं की बनाया सी जनरेटिव सैल, और दूसरा साडा किहड़ा सी वैजीटेटिव सैल। हुण इत्थे की होया सी, असीं किहा सी कि जिहड़ा पूरा कंटेंट है, द होल कंटेंट जिहड़ा हैगा ट्रांसफर होएगा, पॉलन ट्यूब दे विच आएगा, चला गया। ये जिहड़ा जनरेटिव सैल आ, इन्हें डिवाइड करके की बनाया सी बेटा, इत्थे माइटोटिकली डिवाइड करके की बनाया सीगा, 2 मेल गैमीट्स बनाए सी। ठीक है, कदों मेल गैमीट्स बनाए, ड्यूरिंग द ग्रोथ ऑफ पॉलन ट्यूब इन स्टिग्मा, ड्यूरिंग द ग्रोथ ऑफ पॉलन ट्यूब इन स्टिग्मा। ठीक है, हुण देखो इत्थे तां 2 मेल गैमीट्स ही अगर रहिंदे ने तां असीं इहनूं कह दिंदे किहड़ी सैल स्टेज आ, 2 सैल स्टेज आ। बट समटाइम अगर ये डायरैक्टली ट्रांसफर होकर आ तीनों जाते हैं, यानी कि 2 मेल गैमीट्स पहले ही फ्रॉम द बिगनिंग एंटर करते हैं, तो असीं इहनूं कह दिंदे 3 सैल्ड स्टेज। किहड़ी कह दिंदे बेटा, अगर ये बिगनिंग तो ही एंटर करेंगे तो फिर असीं इहनूं किहड़ा कह दिंदे आ, 3 सैल्ड स्टेज। असीं इदां बनांदे ना, देखो लुक एट दिस, हुण अगर मैं इदां बनावां, पॉलन ट्यूब दिखावां इदां करके लाइक दिस, ये हो गया। ठीक है, इत्थे जिहड़ी हैगी साडी इहदी जिहड़ी आउटर लेयर आ फ्रॉम जर्मपोर ए होया सी। ठीक है, हुण ਇਹਦੇ ਵਿੱਚ देखो बेटा, इस दे विच की सीगा। ठीक है, ਇਹਦੇ ਵਿੱਚ ਇੱਥੇ ਲੱਗੇ ਹੁੰਦੇ ਨੇ 2 ਹੀਅਰ,
ਇਹਨੂੰ ਅਸੀਂ ਕਹਿ ਦਿੰਦੇ ਹਾਂ ਕੈਲੋਜ਼ ਪਲੱਗਸ। ਇਹ ਜਿਹੜੇ ਦੋਨੋਂ ਪਲੱਗਸ ਹੁੰਦੇ ਨੇ, ਥੀਸ ਆਰ ਦ ਕੈਲੋਜ਼ ਪਲੱਗਸ। ਠੀਕ ਹੈ, ਵੈਸੇ ਇਹਨਾਂ ਦੀ ਇੰਨੀ ਲੋੜ ਨਹੀਂ ਹੈ। ਇਹ ਸਾਰੀ ਜਿਹੜੀ ਬਣੀ ਨਾ, ਤਾਂ ਪੂਰਾ ਅਸੀਂ ਪੋਲਨ ਬਣਾਇਆ ਕਿ ਇਹਦੀ ਜਿਹੜੀ ਜਰਮੀਨੇਸ਼ਨ ਹੋ ਗਈ ਹੈ। ਅੱਛਾ, ਤੇ ਇਹ ਹੋ ਗਿਆ ਪੋਲਨ ਟਿਊਬ, ਦਿਸ ਇਜ਼ ਫੁੱਲ ਪੋਲਨ ਟਿਊਬ। ਠੀਕ ਹੈ, ਪੋਲਨ ਟਿਊਬ ਦੀ ਜਿਹੜੀ ਟਿਪ ਆ ਬੇਟਾ, ਦਿਸ ਇਜ਼ ਦ ਟਿਪ ਆਫ ਪੋਲਨ ਟਿਊਬ, ਹੀਅਰ ਇਟ ਇਜ਼। ਅਸੀਂ ਇਹਨੂੰ ਕਹਿੰਦੇ ਵੈਜੀਟੇਟਿਵ ਸੈੱਲ, ਔਰ ਦੂਸਰਾ ਕਿਹੜਾ ਸੀ, ਟਿਊਬ ਸੈੱਲ। ਵੈਜੀਟੇਟਿਵ ਸੈੱਲ ਔਰ ਟਿਊਬ ਸੈੱਲ। ਔਰ ਇੱਥੇ ਨਾ ਹਮੇਸ਼ਾ ਬਿਹਾਈਂਡ ਦ ਵੈਜੀਟੇਟਿਵ ਸੈੱਲ ਕੀ ਪ੍ਰੈਜ਼ੈਂਟ ਹੁੰਦਾ, 2 ਮੇਲ ਗੈਮੀਟ। ਠੀਕ ਹੈ, ਕੀ ਪ੍ਰੈਜ਼ੈਂਟ ਰਹੇਗਾ, 2 ਮੇਲ ਗੈਮੀਟ। ਹੁਣ ਹਮੇਸ਼ਾ there is one thing to remember, ਅਸੀਂ ਹਮੇਸ਼ਾ ਇੱਥੇ ਮੈਂਸ਼ਨ ਕਰਦੇ ਹਾਂ ਡੈਂਸ ਸਾਈਟੋਪਲਾਜ਼ਮ। ਡੈਂਸ ਸਾਈਟੋਪਲਾਜ਼ਮ, ਇਟ ਮੀਨਸ ਕਿ ਇੱਥੇ ਕੀ ਪ੍ਰੈਜ਼ੈਂਟ ਰਹੇਗਾ, ਇੱਥੇ ਸਾਈਟੋਪਲਾਜ਼ਮ ਜ਼ਿਆਦਾ ਪ੍ਰੈਜ਼ੈਂਟ ਰਹੇਗਾ। ਸਾਈਟੋਪਲਾਜ਼ਮ ਜ਼ਿਆਦਾ ਅਗਰ ਹਮੇਸ਼ਾ ਇਸ ਟਿਪ ਤੇ ਪ੍ਰੈਜ਼ੈਂਟ ਰਹੇਗਾ, ਇਟ ਮੀਨਸ ਜਿਹੜੀ ਗਰੋਥ ਹੋਏਗੀ ਦੈਟ ਇਜ਼ ਆਲਵੇਜ਼ ਕਿੱਦਾਂ ਰਹੇਗੀ, ਪੋਲਨ ਟਿਊਬ ਦੀ, ਦੈਟ ਇਜ਼ ਆਲਵੇਜ਼ ਏਪੀਕਲ। ਮੀਨਸ ਕਿ ਇਹਦੀ ਜਿਹੜੀ ਗਰੋਥ ਹੋਣੀ ਉਹ ਹਮੇਸ਼ਾ ਕਿੱਥੋਂ ਹੋਣੀ ਹੈ, ਟਿਪ ਤੋਂ ਹੀ ਹੋਣੀ ਹੈ। ਦੈਟਸ ਵਾਈ ਵੀ ਕਾਲ ਇਟ ਏਪੀਕਲ। ਠੀਕ ਹੈ, ਦੈਟਸ ਵਾਈ ਵੀ ਕਾਲ ਇਟ ਏਪੀਕਲ। ਡਨ। ਅਗਰ ਇਹ 2 ਸੈਲ ਸਟੇਜ ਦੇ ਵਿੱਚ ਐਂਟਰ ਕਰੇਗਾ ਤਾਂ ਹਮੇਸ਼ਾ ਨੂੰ ਕੀ ਕਹਿੰਦੇ ਨੇ, 2 ਸੈਲ। ਅਗਰ ਮੇਲ ਗੇਮਿਟ ਸਟਾਰਟਿੰਗ ਤੋਂ ਹੀ ਹੁੰਦੇ ਨੇ ਬਣ ਕੇ ਜਾ ਰਹੇ, ਦੈਟਸ ਵੀ ਕਾਲ ਇਟ 3 ਸੈਲ ਸਟੇਜ। ਠੀਕ ਹੈ, ਪੋਲਨ ਟਿਊਬ ਦੀ ਜਦੋਂ ਬੇਟਾ ਫੋਰਮੇਸ਼ਨ ਹੋ ਗਈ ਆ, ਆਫਟਰ ਦੈਟ ਵੈਨ ਇਟ ਐਂਟਰਸ ਇਨਟੂ ਦ ਓਵਿਊਲ, ਸਭ ਤੋਂ ਪਹਿਲਾਂ ਕਿੱਥੇ ਐਂਟਰੀ ਕਰੇਗਾ, ਇਟ ਐਂਟਰਸ ਇਨਟੂ ਦ ਓਵਿਊਲ। ਆਫਟਰ ਦੈਟ ਪਹਿਲਾਂ ਬੇਟਾ ਨੇ ਓਵਿਊਲ 'ਚ ਐਂਟਰ ਕਰਨਾ। ਓਵਿਊਲ ਦੇ ਅੰਦਰ ਕੀ ਪਿਆ ਹੁੰਦਾ, ਐਂਬਰੀਓਸੈਕ। ਉਸ ਤੋਂ ਬਾਅਦ ਇਹਨੇ ਐਂਬਰੀਓਸੈਕ ਦੇ ਵਿੱਚ ਐਂਟਰ ਕਰਨਾ। ਠੀਕ ਹੈ, after the formation of pollen tube, first it enters into the ovule, after that it enters into the embryo sac। ठीक है, कल ਅਸੀਂ डिस्कस ਕਰਾਂਗੇ ਕਿ how the entry of pollen tube takes place into the ovule। ਤਾਂ ਸਾਨੂੰ ਪਤਾ ਲੱਗੇ ਕਿ ovule ਦੇ ਵਿੱਚ ਐਂਟਰ ਕਰਨਾ, ਪਰ ਐਂਟਰੀ ਕਿੱਦਾਂ ਹੋਣੀ ਇਹਦੀ, ਉਹ ਅਸੀਂ ਕੱਲ ਡਿਸਕਸ ਕਰਾਂਗੇ। ਥੈਂਕ ਯੂ ਆਲ।